ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਮਨੀਸ਼ ਸਟੱਡੀ ਵਰਡ ਇਮੀਗ੍ਰੇਸ਼ਨ ਤੋਂ। ਅੱਜ ਇੱਕ ਬਹੁਤ ਇੰਪੋਰਟੈਂਟ ਟੌਪਿਕ ਸੀਗਾ ਜਿਹੜਾ ਡਿਸਕਸ ਕਰਨ ਵਾਲਾ ਸੀਗਾ, ਪਲੱਸ ਇੱਕ ਵਧੀਆ ਨਿਊਜ਼ ਵੀ ਹੈਗੀ ਆ ਬੱਚਿਆਂ ਵਾਸਤੇ ਵੀ, ਖਾਸ ਕਰ ਉਹਨਾਂ ਵਾਸਤੇ ਜਿਹੜੇ ਮੈਰਿਡ ਨੇ ਤੇ ਆਸਟ੍ਰੇਲੀਆ ਸਪਾਊਸ ਵੀਜ਼ਾ 'ਤੇ ਜਾਣਾ ਚਾਹੁੰਦੇ ਸੀਗੇ, ਬਟ ਕਿਤੇ ਨਾ ਕਿਤੇ ਉਹਨਾਂ ਦੀ ਫਾਈਲ ਸਿੰਗਲ ਦੀ ਲੱਗ ਗਈ ਸੀਗੀ ਵੀ ਉਹਨਾਂ ਦੀ ਵਾਈਫ ਦੀ ਫਾਈਲ ਸਿੰਗਲ ਦੀ ਲੱਗ ਗਈ ਸੀਗੀ ਅਤੇ ਉਹ ਵੇਟ ਕਰ ਰਹੇ ਸੀ ਇੰਡੀਆ ਤੋਂ ਵੀ ਕਦੋਂ ਵੀਜ਼ਾ ਅਪਲਾਈ ਹੋ ਸਕਦਾ ਹੈ, ਕਿੰਨੀ ਕੁ ਦੇਰ 'ਚ ਗ੍ਰਾਂਟ ਹੋਏਗਾ। ਇਹਦੇ ਲਾਈਕ ਸਪਾਊਸ ਡਿਪੈਂਡੈਂਟ ਵੀਜ਼ਾ ਵਾਸਤੇ ਬਹੁਤ ਵਧੀਆ ਨਿਊਜ਼ ਹੈਗੀ ਹੈ ਜੀ ਇੱਕ। ਅਤੇ ਹੁਣ ਸਪਾਊਸ ਡਿਪੈਂਡੈਂਟ ਵੀਜ਼ਾਸ ਬਹੁਤ ਵਧੀਆ ਆਉਣੇ ਸ਼ੁਰੂ ਹੋ ਗਏ ਨੇ। ਵੀ ਮੈਂ ਆਪਣੇ ਕੇਸ ਦੀ ਗੱਲ ਕਰਾਂ ਵੀ ਅੱਜ ਸਾਡਾ ਇੱਕ ਵੀਜ਼ਾ ਗ੍ਰਾਂਟ ਹੋਇਆ, ਮਨਪ੍ਰੀਤ ਸਿੰਘ ਇਹਨਾਂ ਦਾ ਨਾਮ ਹੈ ਜੀ। 14 ਅਕਤੂਬਰ ਅੱਜ ਦੀ ਡੇਟ ਦਾ ਵੀਜ਼ਾ ਗ੍ਰਾਂਟ ਹੈ ਇਹ ਬੱਚੇ ਦਾ। 6 ਮਹੀਨੇ ਪਹਿਲਾਂ ਅਸੀਂ ਫਾਈਲ ਲਗਾਈ ਸੀਗੀ, ਅਪਰੋਕਸੀਮੇਟਲੀ ਲਾਈਕ ਅਪ੍ਰੈਲ ਦੇ ਸ਼ੁਰੂ ਵਿੱਚ ਲਾਈ ਸੀਗੀ ਫਾਈਲ, ਲੋਕਡਾਊਨ ਦੇ ਪੀਰੀਅਡ 'ਚ ਫਾਈਲ ਲੱਗੀ ਹੋਈ ਸੀਗੀ ਅਤੇ ਔਨਲਾਈਨ ਫਾਈਲ ਹੁੰਦੀ ਹੈ, ਇਸ ਕਰਕੇ ਆਸਟ੍ਰੇਲੀਆ ਦਾ ਕੋਈ ਇੰਨਾ ਮੈਟਰ ਨਹੀਂ ਹੁੰਦਾ ਹੈਗਾ ਵੀ ਫਾਈਲ ਆਪਾਂ ਘਰੇ ਬਹਿ ਕੇ ਵੀ ਜਾ ਸਕਦੇ ਹਾਂ, ਔਨਲਾਈਨ ਜਾ ਸਕਦੇ ਹਾਂ, ਕੋਈ ਇਸ਼ੂ ਨਹੀਂ ਹੈਗਾ। ਅਤੇ ਇਹ ਫਾਈਲ ਕੋਈ ਫਾਸਟ ਟਰੈਕ ਦੇ ਵਿੱਚ ਨਹੀਂ ਲੱਗੀ ਹੋਈ ਵੀ ਕੰਬਾਈਨਡ ਫਾਈਲ ਜਿਹਨੂੰ ਆਪਾਂ ਕਹਿੰਦੇ ਹਾਂ ਵੀ ਇਕੱਠਿਆਂ ਦੀ ਫਾਈਲ ਲੱਗ ਜਾਂਦੀ ਹੈ ਅਤੇ ਇਕੱਠਿਆਂ ਦਾ ਵੀਜ਼ਾ ਆ ਜਾਂਦਾ ਹੈ, ਐਸਾ ਕੁਛ ਵੀ ਨਹੀਂ ਸੀਗਾ। ਇਹਦੇ ਵਿੱਚ ਜਿਹੜੀ ਇਹਨਾਂ ਦੇ ਵਾਈਫ ਸੀਗੇ ਉਹ ਫੈਬਰੀ ਇਨਟੇਕ ਦੇ ਵਿੱਚ ਗਏ ਸੀਗੇ ਆਸਟ੍ਰੇਲੀਆ, ਫਾਈਲ ਕਿਤੋਂ ਹੋਰੋਂ ਲੱਗੀ ਸੀਗੀ, ਸਾਡੇ ਕੋਲ ਨਹੀਂ ਲੱਗੀ ਸੀਗੀ ਫਾਈਲ। ਉਹਨਾਂ ਨੇ ਪਹਿਲਾਂ ਤਾਂ ਇਹਨਾਂ ਨੂੰ ਕਹਿੰਦੇ ਰਹੇ ਵੀ ਸਪਾਊਸ ਦੀ ਫਾਈਲ ਲਗਾਵਾਂਗੇ ਬੱਚੇ ਨੂੰ, ਅਤੇ ਜਦੋਂ ਮੌਕੇ 'ਤੇ ਜਦੋਂ ਫਾਈਲ ਲਗਾਉਣ ਦਾ ਟਾਈਮ ਆਇਆ ਤਾਂ ਉਦੋਂ ਸਿੰਗਲ ਦੀ ਫਾਈਲ ਲਗਾਤੀ। ਅਤੇ ਫਾਈਲ ਲੱਗਣ ਤੋਂ ਬਾਅਦ ਇਹਨਾਂ ਨੂੰ ਕਿਹਾ ਗਿਆ ਵੀ 2-3 ਮਹੀਨੇ 'ਚ ਤੁਹਾਡੀ ਫਾਈਲ ਲਾ ਦਾਂਗੇ ਜੀ, ਵੀਜ਼ਾ ਆ ਜਾਏਗਾ। ਬਟ ਬੱਚੇ ਦਾ ਕਿਤੇ ਨਾ ਕਿਤੇ ਜਿਹੜਾ ਟਰਸਟ ਖਰਾਬ ਹੋ ਜਾਂਦਾ ਹੈ ਵੀ ਜਦ ਉਹਨੂੰ ਪਹਿਲਾਂ ਹੀ ਗਲਤ ਤਰੀਕੇ ਨਾਲ ਉਹਦੀ ਫਾਈਲ ਨੂੰ ਪ੍ਰੋਸੈਸ ਕੀਤਾ, ਬੱਚੇ ਦੀ ਫਾਈਲ ਨੂੰ, ਅਤੇ ਉਹਨਾਂ ਦੀ ਵਾਈਫ ਜਾ ਚੁੱਕੀ ਸੀਗੀ ਜੀ, ਪਹਿਲਾਂ ਹੀ ਚਲੇ ਗਏ ਸੀਗੇ ਅਤੇ ਫਿਰ ਸਾਡੇ ਕੋਲ ਆਏ ਇਹ। ਅਤੇ ਅਸੀਂ ਫਾਈਲ ਜਿਹੜੀ ਸੀਗੀ ਅਪਲਾਈ ਕੀਤੀ ਅਸੀਂ ਅਪ੍ਰੈਲ ਦੇ ਮਹੀਨੇ ਦੇ ਵਿੱਚ, ਅਤੇ ਬਿਨਾਂ ਕਿਸੇ ਇੰਟਰਵਿਊ ਦੇ, ਬਿਨਾਂ ਕਿਸੇ ਵੈਰੀਫਿਕੇਸ਼ਨ ਦੇ, ਬਿਨਾਂ ਕਿਸੇ ਚੱਕਰਬਾਜੀ ਦੇ ਬੱਚੇ ਦਾ ਅੱਜ ਵੀਜ਼ਾ ਗ੍ਰਾਂਟ ਹੋ ਗਿਆ, ਜੋ ਕਿ ਅਪਰੋਕਸੀਮੇਟਲੀ 6 ਮਹੀਨੇ ਦਾ ਟਾਈਮ ਲੱਗਿਆ ਅਪਰੋਕਸੀਮੇਟਲੀ। ਅਤੇ 6 ਮਹੀਨੇ ਦਾ ਟਾਈਮ ਡਿਪੈਂਡੈਂਟ ਵੀਜ਼ਾ ਵਾਸਤੇ ਵੀ, ਜਿਹੜਾ ਸਪਾਊਸ ਡਿਪੈਂਡੈਂਟ ਵੀਜ਼ਾ ਸਬਸੀਕੁਐਂਟ ਐਂਟਰੀ ਸਬ ਕਲਾਸ 500 ਵਾਸਤੇ ਕੋਈ ਆਸਾਨ ਗੱਲ ਨਹੀਂ ਹੈਗੀ ਜੀ। ਵੀ ਆਮ ਤੌਰ 'ਤੇ ਕੰਬਾਈਨਡ ਫਾਈਲ ਦਾ ਬਹੁਤ ਜ਼ਿਆਦਾ ਰਿਜੈਕਸ਼ਨ ਦਾ ਇਸ ਟਾਈਮ 'ਤੇ ਸਿਨੈਰੀਓ ਬਣਿਆ ਹੋਇਆ ਵੀ ਬਹੁਤ ਜ਼ਿਆਦਾ ਰਿਜੈਕਸ਼ਨ ਆ ਰਹੀ ਹੈ ਅਤੇ ਆਲਮੋਸਟ ਵੀਜ਼ਾ ਗ੍ਰਾਂਟ ਨਹੀਂ ਹੋ ਰਿਹਾ ਕੰਬਾਈਨਡ ਫਾਈਲ ਦਾ। ਉਹ ਕੰਬਾਈਨਡ ਫਾਈਲ ਉਹਨੂੰ ਕਹਿੰਦੇ ਆ ਵੀ ਜਿਵੇਂ ਕੁੜੀ ਚਲੀ ਗਈ ਜੀ ਆਸਟ੍ਰੇਲੀਆ ਸਿੰਗਲ ਕੇਸ 'ਚ, ਉਸ ਤੋਂ ਬਾਅਦ ਉਹਨਾਂ ਨੇ ਆਪਣੀ ਸਪਾਊਸ ਦੀ ਫਾਈਲ ਲਗਾਉਣੀ ਹੈ ਅਤੇ ਉਹ ਕੰਬਾਈਨਡ ਫਾਈਲ ਹੁੰਦੀ ਹੈ ਵੀ ਔਨ ਸ਼ੋਰ ਦੇ ਵਿੱਚ ਵੀ ਉੱਥੇ ਆਸਟ੍ਰੇਲੀਆ ਦੇ ਵਿੱਚ ਦੋਨਾਂ ਦੀ ਇਕੱਠਿਆਂ ਦੀ ਫਾਈਲ ਲੱਗਦੀ ਹੈ। ਅਤੇ ਉਹਦੇ ਵਿੱਚ ਕੀ ਕਰ ਰਹੇ ਨੇ ਅੱਜ ਦੀ ਡੇਟ ਵਿੱਚ ਵੀ ਜਿਹੜਾ ਬੱਚਾ ਉੱਥੇ ਸਟੂਡੈਂਟ ਬੈਠਿਆ ਉਹਨੂੰ ਤਾਂ ਵੀਜ਼ਾ ਗ੍ਰਾਂਟ ਕੀਤਾ ਜਾ ਰਿਹਾ, ਬਟ ਇੰਡੀਆ 'ਚ ਜਿਹੜਾ ਸਪਾਊਸ ਉਹਨਾਂ ਦੇ ਬੈਠੇ ਉਹਨਾਂ ਦਾ ਵੀਜ਼ਾ ਗ੍ਰਾਂਟ ਨਹੀਂ ਹੋ ਰਿਹਾ ਹੈਗਾ। ਅਤੇ ਇਹ ਚੀਜ਼ਾਂ ਪਿਛਲੇ ਲਗਾ ਲਓ ਵੀ 4-5 ਮਹੀਨੇ ਤੋਂ ਹੀ ਚੱਲ ਰਿਹਾ ਵੀ ਵੀਜ਼ਾ ਕੰਬਾਈਨਡ ਫਾਈਲ ਦੇ ਵਿੱਚ ਵੀਜ਼ਾਸ ਨਹੀਂ ਆ ਰਹੇ ਹੈਗੇ। ਅਤੇ ਜਿਹੜਾ ਸਬਸੀਕੁਐਂਟ ਐਂਟਰੀ ਵੀਜ਼ਾ ਜਿਹੜਾ ਨੋਰਮਲ ਪ੍ਰੋਸੈਸ ਹੈਗਾ ਜਿਹਦੇ ਵਿੱਚ ਵੀ ਸਪਾਊਸ ਇੰਡੀਆ 'ਚ ਬੈਠੇ ਨੇ, ਉਹਨਾਂ ਨੇ ਆਪਦੀ ਵਾਈਫ ਨੂੰ ਉੱਥੇ ਮਿਲਣ ਜਾਣਾ ਜਾਂ ਉਹਨਾਂ ਨਾਲ ਰਹਿਣਾ ਚਾਹੁੰਦੇ ਨੇ ਵੀ ਡਿਪੈਂਡੈਂਟ ਵੀਜ਼ਾ 'ਤੇ, ਅਤੇ ਇਹਦੀ ਜਿਹੜੀ ਫਾਈਲ ਦਾ ਪ੍ਰੋਸੈਸਿੰਗ ਟਾਈਮ ਆਮ ਤੌਰ 'ਤੇ ਜਿਹੜਾ ਸੀਗਾ ਟਾਈਮ ਵੀ 1.5 ਤੋਂ ਪੌਣੇ 2 ਸਾਲ ਦਾ ਟਾਈਮ ਸੀਗਾ ਵੀ ਬੱਚੇ ਅਪਲਾਈ ਕਰਦੇ ਸੀਗੇ, ਵੇਟ ਕਰੀ ਜਾਂਦੇ ਸੀਗੇ। ਵੀ ਤੁਸੀਂ ਆ ਲਓ ਵੀ ਮਾਸਟਰਸ ਦੀ ਫਾਈਲ ਦੀ ਆਪਾਂ ਗੱਲ ਕਰੀਏ ਅਗਰ, ਅਤੇ ਵੀ ਅਗਰ 2-3 ਮਹੀਨੇ ਬਾਅਦ ਬੱਚੇ ਦੇ ਲਾਈਕ ਮੇਨ ਐਪਲੀਕੈਂਟ ਦੇ ਜਾਣ ਤੋਂ ਬਾਅਦ ਅਗਰ 2-3 ਮਹੀਨੇ ਬਾਅਦ ਅਗਰ ਫਾਈਲ ਲੱਗ ਰਹੀ ਹੈ, ਸੋਚ ਲਓ ਵੀ 1.5 ਪੌਣੇ 2 ਸਾਲ ਦਾ ਜਿਹੜਾ ਵੇਟਿੰਗ ਪੀਰੀਅਡ ਬੱਚੇ ਦਾ ਸੀਗਾ, ਉਹਦੇ ਵਿੱਚ ਵੀ ਬੱਚੇ ਦਾ ਜਿਹੜੀ ਵਾਈਫ ਉਹਨਾਂ ਦੇ ਉੱਥੇ ਬੈਠੇ ਨੇ ਜਾਂ ਪੜ੍ਹ ਰਹੇ ਨੇ ਵੀ ਉਹਨਾਂ ਦਾ ਵੀਜ਼ਾ ਖਤਮ ਹੋ ਜਾਂਦਾ ਸੀਗਾ, ਬਟ ਬੱਚੇ ਦਾ ਲਾਈਕ ਇੱਥੋਂ ਦਾ ਜਿਹੜਾ ਉਹਨਾਂ ਦੇ ਹਸਬੈਂਡ ਦਾ ਵੀਜ਼ਾ ਗ੍ਰਾਂਟ ਨਹੀਂ ਹੁੰਦਾ ਸੀਗਾ ਵੀ ਇੰਨਾ ਜ਼ਿਆਦਾ ਟਾਈਮ ਲੱਗ ਰਿਹਾ ਸੀਗਾ। ਬਟ ਹੁਣ ਜਿਹੜੇ ਵੀਜ਼ਾਸ ਗ੍ਰਾਂਟ ਹੋਣੇ ਸ਼ੁਰੂ ਹੋਏ ਨੇ, ਅਤੇ ਪਲੱਸ ਸਾਡੀਆਂ ਵੀ ਕੁਝ ਫਾਈਲਾਂ ਲੱਗੀਆਂ ਹੋਈਆਂ ਸੀਗੀਆਂ ਵੀ, ਬਾਕੀ ਤਾਂ ਸਾਰੀਆਂ ਇਸ ਤੋਂ ਬਾਅਦ ਦੀਆਂ ਫਾਈਲਾਂ ਲੱਗੀਆਂ। ਅਤੇ ਇਹ ਜਿਹੜਾ ਹੈਗਾ 6 ਮਹੀਨੇ 'ਚ ਬੱਚੇ ਦਾ ਵੀਜ਼ਾ ਗ੍ਰਾਂਟ ਹੋਇਆ। ਅਤੇ ਬੱਚੇ ਸਾਨੂੰ ਜਿਵੇਂ ਲਾਈਕ ਵੀ ਰੋਜ਼ ਹੀ ਸਾਨੂੰ ਕੰਟੈਕਟ ਕਰਦੇ ਨੇ ਬੱਚੇ ਵੀ ਜਿਹੜੇ ਚਾਹੁੰਦੇ ਨੇ ਵੀ ਉਹਨਾਂ ਦੇ ਹਸਬੈਂਡ ਜਿਹੜੇ ਉੱਥੇ ਬੈਠੇ ਨੇ, ਕਿਸੇ ਦੀ ਵਾਈਫ ਉੱਥੇ ਬੈਠੇ ਨੇ ਵੀ ਉਹਨਾਂ ਨੂੰ ਨਾਲ ਉਹਨਾਂ ਨੂੰ ਜੁਆਇਨ ਕਰਨਾ ਚਾਹੁੰਦੇ ਨੇ, ਬਟ ਕਿਤੇ ਨਾ ਕਿਤੇ ਉਹਨਾਂ ਨੂੰ ਦਿੱਕਤ ਆ ਰਹੀ ਹੈ ਵੀ ਡਿਪੈਂਡੈਂਟ ਵੀਜ਼ਾ ਦੇ ਵਿੱਚ ਫਾਈਲ ਲਗਾਉਣ ਦੇ ਵਿੱਚ। ਅਤੇ ਇਹਦੇ ਵਿੱਚ ਕੁਝ ਚੀਜ਼ਾਂ ਦਾ ਧਿਆਨ ਦੇਣਾ ਜ਼ਰੂਰੀ ਹੈਗਾ ਵੀ ਜਦੋਂ ਵੀ ਆਪਾਂ ਡਿਪੈਂਡੈਂਟ ਵੀਜ਼ਾ ਦੀ ਫਾਈਲ ਲਗਾਈਏ ਵੀ ਖਾਸ ਕਰ ਜਦੋਂ ਲਾਈਕ ਇੱਕ ਐਪਲੀਕੈਂਟ ਸਟੂਡੈਂਟ ਜਿਹੜਾ ਉੱਥੇ ਬੈਠਿਆ ਅਤੇ ਉਹਨਾਂ ਦੇ ਹਸਬੈਂਡ ਜਾਂ ਵਾਈਫ ਇੰਡੀਆ 'ਚ ਹੈਗੇ, ਜ਼ਰੂਰੀ ਹੈਗਾ ਵੀ ਪਹਿਲੀ ਗੱਲ ਤਾਂ ਬੱਚੇ ਨੇ ਕੋਰਸ ਚੇਂਜ ਨਾ ਕਰੇ ਉੱਥੇ ਜਾ ਕੇ ਵੀ, ਜਿਵੇਂ ਆਪਾਂ ਕਹੀਏ ਖਾਸ ਕਰ ਯੂਨੀਵਰਸਿਟੀ, ਅਗਰ ਕੋਈ ਬੱਚਾ ਜਿਵੇਂ ਫੈਡਰੇਸ਼ਨ ਯੂਨੀਵਰਸਿਟੀ 'ਚ ਗਿਆ ਜਾਂ ਸੈਂਟਰਲ ਕੁਈਨਜ਼ਲੈਂਡ ਯੂਨੀਵਰਸਿਟੀ 'ਚ ਗਿਆ ਵੀ ਉਸੇ ਯੂਨੀਵਰਸਿਟੀ 'ਚ ਰਹੋ, ਚੇਂਜ ਨਾ ਕਰੋ ਆਪਣੀ ਯੂਨੀਵਰਸਿਟੀ। ਅਗਰ ਕੋਰਸ ਚਲੋ ਚੇਂਜ ਕਰ ਦਿੰਦੇ ਹੋ, ਥੋੜ੍ਹਾ ਬਹੁਤ ਵੇਰੀਏਸ਼ਨ ਹੈ, ਕੋਈ ਦਿੱਕਤ ਵਾਲੀ ਗੱਲ ਨਹੀਂ, ਬਟ ਕੋਰਸ ਵੀ ਅਵੋਇਡ ਕਰੋ ਵੀ ਕੋਰਸ ਚੇਂਜ ਕਰਨਾ ਹੈ ਅਤੇ ਜਿਹੜਾ ਯੂਨੀਵਰਸਿਟੀ ਚੇਂਜ ਕਰਨੀ ਉਹਦਾ ਤਾਂ ਮਤਲਬ ਹੀ ਨਹੀਂ ਹੈਗਾ। ਦੂਸਰੀ ਚੀਜ਼ ਇਹ ਆ ਜਾਂਦੀ ਹੈ ਵੀ ਜਿਹੜੇ ਹਸਬੈਂਡ ਇੱਥੇ ਇੰਡੀਆ 'ਚ ਹੈਗੇ ਨੇ ਉਹਨਾਂ ਨੂੰ ਦਿਖਾਉਣਾ ਜ਼ਰੂਰੀ ਹੈ ਵੀ ਉਹ ਕੀ ਕੰਮ ਕਰਦੇ ਨੇ, ਕੀ ਉਹਨਾਂ ਦੀ ਇਨਕਮ ਹੈਗੀ ਹੈ, ਵੀ ਰੋਜ਼ ਮਰਾ 'ਚ ਵਿਹਲੇ ਤਾਂ ਨਹੀਂ ਬੈਠੇ ਵੀ ਕੀ ਕਰਦੇ ਨੇ। ਅਤੇ ਹੁਣ ਕਈ ਜਿਵੇਂ
ਸਪਾਊਸ ਇੰਡੀਆ 'ਚ ਹੁੰਦੇ ਨੇ, ਉਹ ਕਹਿਣਗੇ ਜੀ ਅਸੀਂ ਤਾਂ ਆਪਣੇ ਮਾਂ-ਬਾਪ ਨਾਲ ਖੇਤੀਬਾੜੀ ਕਰਦੇ ਹਾਂ। ਵੀ ਠੀਕ ਹੈ, ਖੇਤੀਬਾੜੀ ਕਰਦੇ ਹੋ, ਦੈਟ ਇਜ਼ ਆਲਰਾਈਟ, ਬਟ ਦਿੱਕਤ ਇੱਥੇ ਆਉਂਦੀ ਹੈ ਵੀ ਉਹਨਾਂ ਦੇ ਨਾਮ ਤੇ ਜ਼ਮੀਨ ਨਹੀਂ ਹੈਗੀ, ਉਹਨਾਂ ਦੇ ਨਾਮ ਤੇ ਜੇ ਫਾਰਮ ਨਹੀਂ ਹੈਗੇ, ਉਹਨਾਂ ਦੇ ਨਾਮ ਤੇ ਇਨਕਮ ਨਹੀਂ ਹੋ ਸਕਦੀ ਹੈਗੀ। ਉਹ ਤਾਂ ਪੇਰੈਂਟਸ ਨੂੰ ਹੈਲਪ ਕਰ ਰਹੇ ਨੇ ਟੈਕਨੀਕਲੀ, ਇਨਕਮ ਤੇ ਸਾਰੀ ਜਿਹੜੀ ਪ੍ਰੋਪਰਟੀ ਹੈ ਉਹ ਪੇਰੈਂਟਸ ਦੇ ਨਾਮ ਤੇ ਹੁੰਦੀ ਹੈ। ਵੀ ਇਹ ਇੱਕ ਬਹੁਤ ਵੱਡਾ ਡਰ ਆ ਜਾਂਦਾ ਬੱਚਿਆਂ ਦੇ ਵਿੱਚ। ਫਿਰ ਤੀਸਰੀ ਗੱਲ ਆ ਜਾਂਦੀ ਹੈ ਜੀ ਫਾਈਨੈਂਸ਼ੀਅਲ ਡਾਕੂਮੈਂਟਸ ਨੂੰ ਲੈ ਕੇ, ਵੀ ਫੰਡ ਜਿਹੜੇ ਸ਼ੋ ਕਰਨੇ ਆ, ਵੀ ਉਹਦਾ ਵੀ ਬੱਚੇ ਨਵੇਂ ਫੰਡ ਦਿਖਾ ਦਿੰਦੇ, ਨਵੇਂ ਅਕਾਊਂਟ 'ਚ ਪਾਏ, ਵੀ ਚਲੋ ਜੀ ਫੰਡ ਸ਼ੋ ਹੋ ਗਏ, ਆਪਣੇ ਡਾਕੂਮੈਂਟਸ ਕੋਈ ਦਿਖਾਣੇ ਨਹੀਂ, ਸਟੇਟਮੈਂਟ ਆਫ ਪਰਪਸ ਲਗਾਉਂਦੇ ਨਹੀਂ ਹੈਗੇ। ਜਿਵੇਂ ਜਦੋਂ ਡਿਪੈਂਡੈਂਟ ਦੀ ਫਾਈਲ ਲੱਗੇ ਤਾਂ ਸਟੇਟਮੈਂਟ ਆਫ ਪਰਪਸ ਲੱਗਣਾ ਬਹੁਤ ਜ਼ਰੂਰੀ ਹੈ। ਫਿਰ ਵੀ ਮੈਰਿਜ ਦੀਆਂ ਫੋਟੋਜ਼ ਵੀ ਉਹਨਾਂ ਨੂੰ ਯਕੀਨ ਦਿਵਾਉਣਾ ਜ਼ਰੂਰੀ ਹੈ ਵੀ ਤੁਹਾਡੀ ਜਿਹੜੀ ਮੈਰਿਜ ਹੈ ਉਹ ਜੈਨੂਇਨ ਹੋਈ ਹੈਗੀ ਹੈ। ਐਕਸਕਿਊਜ਼ ਮੀ। ਇਸ ਤੋਂ ਇਲਾਵਾ ਜਿਹੜੇ ਬੱਚੇ ਲਾਈਕ ਵੀ ਜਿਨ੍ਹਾਂ ਨੂੰ ਥੋੜਾ ਟਾਈਮ ਹੋ ਗਿਆ ਉਹਨਾਂ ਦੀ ਵਾਈਫ ਨੂੰ ਗਏ ਨੂੰ, ਜਿਵੇਂ, ਤੇ ਉਹਨਾਂ ਨੂੰ ਇਹ ਵੀ ਦਿਖਾਉਣਾ ਜ਼ਰੂਰੀ ਹੈ ਵੀ ਜਿਹੜਾ ਰਿਲੇਸ਼ਨਸ਼ਿਪ ਹੈ ਉਹ ਔਨਗੋਇੰਗ ਹੈ। ਉਹਦਾ ਮਤਲਬ ਇਹ ਹੁੰਦਾ ਹੈ ਵੀ ਤੁਸੀਂ ਆਪਸ 'ਚ ਗੱਲਬਾਤ ਕਰਦੇ ਹੋ, ਤੁਹਾਨੂੰ ਫੋਨ ਆਉਂਦੇ ਨੇ, ਤੁਸੀਂ ਇੱਕ ਦੂਜੇ ਨੂੰ ਈਮੇਲ ਕਰਦੇ ਹੋ, ਵਟਸਐਪ ਚੈਟ ਕਰਦੇ ਹੋ, ਵੀ ਤੁਹਾਡੀ ਆਪਸ 'ਚ ਕਿਤੇ ਨਾ ਕਿਤੇ ਵੀ ਤੁਹਾਡਾ ਜੁੜਾਵ ਹੈਗਾ। ਵੀ ਇਹ ਨਹੀਂ ਹੈਗਾ ਵੀ ਤੁਸੀਂ ਵੀ ਚਲੋ ਕਾਗਜ਼ਾਂ 'ਚ ਤਾਂ ਤੁਸੀਂ ਮੈਰਿਡ ਹੋ ਬਟ ਅਦਰਵਾਈਜ਼ ਵੀ ਤੁਸੀਂ ਮੈਰਿਡ, ਵੀ ਤੁਸੀਂ ਆਪਸ 'ਚ ਗੱਲਬਾਤ ਵੀ ਨਹੀਂ ਹੁੰਦੀ, ਜਾਂ ਕੋਈ ਝਗੜਾ ਹੋ ਚੁੱਕਿਆ ਜਾਂ ਕੋਈ ਹੋਰ ਇਸ਼ੂਜ਼ ਨੇ, ਵੀ ਉਹ ਚੀਜ਼ਾਂ ਨਹੀਂ ਹੈਗੀਆਂ। ਪਲੱਸ ਜਿਹੜੀ ਉੱਥੇ ਲੜਕੀ ਹੈਗੀ ਹੈ, ਉਹ ਜਿਹੜੇ ਪੜ੍ਹ ਰਹੇ ਨੇ ਉੱਥੇ, ਉਹਨਾਂ ਦੀ ਅਕੈਡਮਿਕ ਪਰਫਾਰਮੈਂਸ ਜਿਹੜੀ ਹੈਗੀ ਸੈਟਿਸਫੈਕਟਰੀ ਹੋਣੀ ਚਾਹੀਦੀ ਹੈ। ਵੀ ਠੀਕ ਹੈ ਉਹ ਪਾਸ ਕਰ ਰਹੇ ਹੁਣ, ਇਹ ਨਹੀਂ ਹੈਗਾ ਵੀ ਪੜ੍ਹਾਈ ਛੱਡ ਕੇ ਘਰੇ ਬੈਠੇ ਨੇ, ਜਾਂ ਇਹ ਨਹੀਂ ਹੋਣਾ ਚਾਹੀਦਾ ਵੀ ਫੇਲ ਹੋ ਰਹੇ ਨੇ ਪੜ੍ਹਾਈਆਂ ਦੇ ਵਿੱਚ। ਵੀ ਠੀਕ ਹੈ ਉਹਨਾਂ ਦੀ ਨਾਰਮਲ ਪ੍ਰੋਸੈਸ ਚੱਲ ਰਿਹਾ, ਵੀ ਠੀਕ ਹੈ ਕਿ ਅੱਧੇ ਸਬਜੈਕਟ 'ਚ ਕਿਤੇ ਫੇਲ ਹੋ ਜਾਂਦਾ ਬੱਚਾ, ਕੋਈ ਮੈਟਰ ਨਹੀਂ ਕਰਦਾ ਹੈਗਾ। ਬਟ ਅਦਰਵਾਈਜ਼ ਜਿਹੜਾ ਕੋਰਸ ਹੈਗਾ ਉਹ ਨਾਰਮਲੀ ਪ੍ਰੋਸੈਸ ਉਹਨਾਂ ਦਾ ਚੱਲ ਰਿਹਾ, ਵੀ ਕੋਈ ਐਸੀ ਦਿੱਕਤ ਨਹੀਂ, ਫੀਸਾਂ ਭਰ ਰਹੇ ਨੇ ਤੇ ਸਾਰਾ ਕੁਝ ਰੂਟੀਨ 'ਚ ਹੋ ਰਿਹਾ। ਹੁਣ ਇਹ ਸਾਰੀ ਚੀਜ਼ਾਂ ਅਸੀਂ ਬਹੁਤ ਧਿਆਨ ਨਾਲ ਲੈ ਕੇ ਚੱਲਦੇ ਵੀ ਜਦੋਂ ਵੀ ਅਸੀਂ ਫਾਈਲ ਲਗਾਈਏ, ਵੀ ਫਸਟ ਤਾਂ ਸਾਡਾ ਇਹ ਹੁੰਦਾ ਵੀ ਫਾਈਨੈਂਸ਼ੀਅਲ ਡਾਕੂਮੈਂਟ ਸਟਰੋਂਗ ਹੋਣ, ਉਸ ਤੋਂ ਬਾਅਦ ਵੀ ਜਿਹੜੇ ਹਸਬੈਂਡ ਇੰਡੀਆ 'ਚ ਹੈਗੇ ਨੇ ਉਹਨਾਂ ਦੀ ਆਮਦਨ ਵਧੀਆ ਹੋਵੇ, ਫਿਰ ਜਿਹੜੀ ਪ੍ਰੋਪਰਟੀ ਦੀ ਵੈਲਿਊਏਸ਼ਨ ਹੋ ਗਈ ਹੈ, ਪੇਰੈਂਟਸ ਦੀ ਜਿਹੜੇ ਲੜਕੇ ਦੀ ਪੇਰੈਂਟਸ ਦੀ ਵੈਲਿਊਏਸ਼ਨ ਹੈਗੀ ਹੈ ਪ੍ਰੋਪਰਟੀ ਦੀ, ਉਹ ਅਸੀਂ ਜ਼ਰੂਰ ਲਗਾਉਂਦੇ ਹਾਂ। ਵੀ ਉਹਦੇ ਨਾਲ ਇੱਕ ਇਹ ਆ ਜਾਂਦਾ ਵੀ ਠੀਕ ਹੈ ਜਿਹੜਾ ਮੁੰਡਾ ਹੈਗਾ ਵਾਪਸ ਆਉਣ ਦੀ ਪੂਰੀ ਉਮੀਦ ਹੈਗੀ ਹੈ, ਕਿਉਂਕਿ ਇੰਡੀਆ 'ਚ ਵੀ ਲਾ ਲਓ ਵੀ ਅੱਜ ਦੀ ਡੇਟ 'ਚ 1.5-2 ਕਰੋੜ ਦਾ ਪ੍ਰੋਪਰਟੀ ਆਮ ਹਰ ਕਿਸੇ ਕੋਲ ਹੁੰਦੀ ਹੋਈ ਹੈ। ਆਪਾਂ ਇਹ ਦਿਖਾ ਸਕਦੇ ਹਾਂ ਵੀ ਠੀਕ ਹੈ ਜੀ ਉਹਨਾਂ ਦੇ ਲੜਕੇ ਦੇ ਪੇਰੈਂਟਸ ਇੱਥੇ ਹੀ ਨੇ ਤੇ ਕੱਲ੍ਹ ਨੂੰ ਉਹਨੂੰ ਵਾਪਸ ਆਉਣਾ ਹੀ ਪਏਗਾ, ਕਿਉਂਕਿ ਪੇਰੈਂਟਸ ਦਾ ਵੀ ਟੇਕ ਕੇਅਰ ਕਰਨੀ ਹੈ ਤੇ ਨਾਲੇ ਆਪਣਾ ਜਿਹੜਾ ਪ੍ਰੋਪਰਟੀ ਹੈਗੀ ਉਹ ਵੀ ਕੱਲ੍ਹ ਨੂੰ ਉਹਨਾਂ ਨੂੰ ਮਿਲਣੀ ਹੈ, ਵੀ ਮੁੰਡੇ ਨੂੰ ਮਿਲਣੀ ਹੈ। ਤੇ ਕਾਫੀ ਦੇਖੋ ਉਹਨਾਂ ਨੂੰ ਕੁਝ ਨਹੀਂ ਪਤਾ ਇਮੀਗ੍ਰੇਸ਼ਨ ਨੂੰ, ਵੀ ਤੁਸੀਂ ਕੀ ਚਾਹੁੰਦੇ ਹੋ, ਤੁਹਾਡੇ ਦਿਮਾਗ 'ਚ ਕੀ ਹੈ, ਇਹ ਸਾਰਾ ਤੁਸੀਂ ਉਹਨਾਂ ਨੂੰ ਪ੍ਰੈਜ਼ੈਂਟ ਕਰਨਾ ਹੈ ਇੱਕ ਫਾਈਲ ਦੇ ਵਿੱਚ। ਵੀ ਸਟੇਟਮੈਂਟ ਆਫ ਪਰਪਸ ਲਗਾਉਣੀ ਹੈ, ਪ੍ਰੂਫ ਲਗਾਉਣੇ ਹੈ, ਵੀ ਇਹ ਚੀਜ਼ਾਂ ਪ੍ਰੂਫ ਕਰਨੀਆਂ ਤੁਸੀਂ ਵੀ ਅਸੀਂ ਸਾਡਾ ਕੇਸ ਸਟਰੋਂਗ ਹੈ। ਦੇਖੋ ਐਮਬੈਸੀ ਇਮੀਗ੍ਰੇਸ਼ਨ ਤਾਂ ਰਿਜੈਕਟ ਕਰਨ ਨੂੰ ਤਿਆਰ ਬੈਠੀ ਹੈ, ਵੀ ਠੀਕ ਹੈ ਤੁਸੀਂ ਨਹੀਂ ਡਾਕੂਮੈਂਟ ਦਿਓਗੇ ਰਿਜੈਕਟ ਹੋ ਜਾਏਗਾ, ਰੀਜ਼ਨ ਆ ਜਾਏਗਾ ਜੀ ਤੁਸੀਂ ਵਾਪਸ ਨਹੀਂ ਆਉਂਗੇ। ਹੁਣ ਵਾਪਸ ਨਾ ਆਉਂਗੇ ਦੇ ਵਿੱਚ ਤਾਂ ਬਹੁਤ ਚੀਜ਼ਾਂ ਆ ਜਾਂਦੀਆਂ, ਵੀ ਸਿਰਫ ਇੱਕ ਚੀਜ਼ ਨਹੀਂ ਹੁੰਦੀ ਹੈਗੀ ਵੀ ਕਿਤੇ ਆਪਾਂ ਕਹੀਏ ਵੀ ਇਨਕਮ ਨਹੀਂ ਦਿਖਾਈ ਜਾਂ ਕੋਈ ਪ੍ਰੋਪਰਟੀ ਦਿਖਾਈ, ਵੀ ਇਹਦੇ 'ਚ ਕਲੈਕਟਿਵ ਗੱਲ ਹੁੰਦੀ ਹੈ, ਵੀ ਸਾਰੀ ਚੀਜ਼ਾਂ ਇਹਦੇ ਵਿੱਚ ਇਕੱਠੀਆਂ ਹੁੰਦੀਆਂ, ਵੀ ਸਿਰਫ ਇੱਕ ਗੱਲ ਨਹੀਂ ਹੁੰਦੀ ਹੈਗੀ ਵੀ ਕੋਈ ਪਰਟੀਕੂਲਰ ਚੀਜ਼। ਇਸ ਤੋਂ ਇਲਾਵਾ ਅਗਰ ਜਿਵੇਂ ਆਪਾਂ ਗੱਲ ਕਰੀਏ ਵੀ ਜਿਹੜੇ ਹਸਬੈਂਡ ਹੈਗੇ ਨੇ ਤੇ ਉਹਨਾਂ ਦਾ ਅਗਰ ਆਮਦਨ ਵਧੀਆ ਦਿਖਾ ਦੇਣ, ਜਿਵੇਂ ਵੀ ਕੁੜੀ ਦਾ ਵੀਜ਼ਾ ਆ ਗਿਆ ਜੀ, ਉਹ ਜਾ ਰਹੇ ਨੇ, ਵੀ ਉਦੋਂ ਹੀ ਇਨਕਮ ਆਪਦੇ ਅਕਾਊਂਟ 'ਚ ਸੈਲਰੀ ਅਗਰ ਆ ਰਹੀ ਹੈ, ਜਾਂ ITRs ਹੈਗੀਆਂ, ਜਾਂ ਕੋਈ ਬਿਜ਼ਨਸ ਦਿਖਾ ਰਹੇ ਨੇ, ਜਾਂ ਜੇ ਫਾਰਮ ਵੀ ਹੈਗੇ ਨੇ ਉਹ ਵੀ ਉਹਨਾਂ ਦੇ ਨਾਮ ਤੇ ਕੱਟੇ ਜਾ ਰਹੇ ਨੇ, ਤੇ ਇੱਕ ਨਾ ਸਟਰੋਂਗ ਫੀਲਿੰਗ ਬਣਾ ਦਿੰਦਾ ਹੈ। ਕਿਉਂਕਿ ਜ਼ਿਆਦਾਤਰ ਇਮੀਗ੍ਰੇਸ਼ਨ ਦਿਮਾਗ 'ਚ ਇਹ ਹੁੰਦਾ ਵੀ ਇਹ ਵਾਪਸ ਨਹੀਂ ਆਏਗਾ ਤੇ ਇੱਥੇ ਇੰਡੀਆ 'ਚ ਵਿਜ਼ਾ, ਇਹਦੀ ਵਾਈਫ ਉੱਥੇ ਬੈਠੀ ਹੈ, ਉੱਥੇ ਜਾਣਾ ਚਾਹੁੰਦਾ ਤੇ ਉੱਥੇ ਜਾ ਕੇ ਕੰਮ ਕਰਨਾ ਚਾਹੁੰਦਾ ਹੈ, ਇਸ ਤੋਂ ਇਲਾਵਾ ਕੁਝ ਨਹੀਂ ਹੈਗਾ। ਬਟ ਇਹ ਚੀਜ਼ਾਂ ਦੀ ਐਕਸਪਲੇਨੇਸ਼ਨ ਸਾਨੂੰ ਦੇਣੀ ਜ਼ਰੂਰੀ ਹੈ, ਵੀ ਐਜ਼ ਏ ਏਜੰਟ ਵੀ ਸਾਡਾ ਕਲਾਇੰਟ ਜਿਹੜਾ ਹੈਗਾ ਉੱਥੇ ਜਾਣਾ ਚਾਹੁੰਦਾ, ਆਪਦੀ ਵਾਈਫ ਨੂੰ ਮਿਲਣਾ ਚਾਹੁੰਦਾ ਤੇ ਉਹ ਜਿਹੜਾ ਵਾਈਫ ਨੂੰ ਉੱਥੇ ਮਿਲ ਕੇ ਤੇ ਵੀ ਉਹਨੂੰ ਹੈਲਪ ਕਰੇਗਾ, ਵੀ ਉਹਨੂੰ ਚਲੋ ਘਰ ਦੇ ਕੰਮ 'ਚ ਹੈਲਪ ਕਰ ਦੇਗਾ, ਉਹਨੂੰ ਲੈ ਕੇ ਆ ਸਕਦਾ, ਛੱਡ ਕੇ ਆ ਸਕਦਾ, ਹੋਰ ਉਹਨੂੰ ਇਮੋਸ਼ਨਲੀ ਲਾਈਕ ਅਟੈਚ ਹੁੰਦੇ ਨੇ, ਵੀ ਦੋਨੋਂ ਠੀਕ ਹੈ, ਵੀ ਠੀਕ ਹੈ ਇੱਕ ਦੂਜੇ ਦਾ ਸਾਥ ਚਾਹੀਦਾ ਹਸਬੈਂਡ ਵਾਈਫ ਨੂੰ, ਜਦ ਤੁਸੀਂ ਲਾਈਕ ਮੈਰਿਡ ਰਿਲੇਸ਼ਨਸ਼ਿਪ 'ਚ ਹੈਗੇ ਹੋ, ਵੀ ਠੀਕ ਹੈ ਵੀ ਸਪੋਰਟ ਚਾਹੀਦੀ ਹੁੰਦੀ ਇੱਕ ਦੂਜੇ ਦੀ, ਵੀ ਜਿਹੜੀ ਕਿ ਇੱਕ ਹਸਬੈਂਡ ਵਾਈਫ ਇੱਕ ਦੂਜੇ ਦੀ ਸਪੋਰਟ ਕਰ ਸਕਦੇ ਨੇ। ਬਾਕੀ ਹੁਣ ਵੀ ਅਗਰ ਹਸਬੈਂਡ ਦਾ ਇੱਥੋਂ ਵੀਜ਼ਾ ਨਾ ਆਏ, ਵੀ ਟਾਈਮ ਲੱਗ ਰਿਹਾ ਹੈ ਜਾਂ ਕੁਝ ਵੀ ਹੈ, ਤਾਂ ਇੱਕ ਅਰਜੈਂਸੀ ਵੀ ਲਗਾਈ ਜਾ ਸਕਦੀ ਹੈ, ਵੀ ਕੋਈ ਅਗਰ ਕੋਈ ਉਹਨਾਂ ਦੀ ਵਾਈਫ ਉੱਥੇ ਕੋਈ ਬਿਮਾਰ ਨੇ ਜਾਂ ਕੋਈ ਹੋਰ ਕੋਈ ਦਿੱਕਤਾਂ ਹੈਗੀਆਂ ਵੀ ਜਿਹੜੀਆਂ ਉਹਨਾਂ ਨੂੰ ਕੋਈ ਮੈਟਰ ਕਰ ਰਹੀਆਂ, ਕੋਈ ਸਾਈਕੋਲੋਜੀਕਲ ਇਸ਼ੂਜ਼ ਹੈਗੇ ਨੇ, ਉਹ ਵੀ ਡਾਕਟਰ ਤੋਂ ਲੈਟਰ ਲਿਖਾ ਕੇ ਵੀ ਲਗਾਈ ਜਾ ਸਕਦੀ ਹੈ, ਫਾਈਲ 'ਚ ਅਟੈਚ ਕੀਤੀ ਜਾ ਸਕਦੀ ਹੈ ਕਿਸੇ ਵੀ ਟਾਈਮ ਤੇ ਉਹਦਾ ਵੀ ਬਹੁਤ ਬੈਨੀਫਿਟ ਹੁੰਦਾ ਜਦੋਂ ਫਾਈਲ ਅਸੀਂ ਲਾਈਕ ਡਿਪੈਂਡੈਂਟ ਵੀਜ਼ਾ ਦੀ ਫਾਈਲ ਲਗਾਉਂਦੇ ਹਾਂ। ਬਾਕੀ ਜੋ ਗੱਲ ਮੈਂ ਸ਼ੁਰੂ ਤੋਂ ਹੀ ਕਹਿੰਦਾ ਆ ਰਿਹਾ ਵੀ
ਕੋਸ਼ਿਸ਼ ਇਹੀ ਕਰੋ ਵੀ ਸਪਾਊਸ ਦੀ ਜਿਹੜੀ ਅਗਰ ਤੁਹਾਡੀ ਸਪਾਊਸ ਕੇਸ ਹੈਗਾ ਤਾਂ ਤੁਸੀਂ ਫਾਈਲ ਇਕੱਠਿਆਂ ਦੀ ਲਗਾਓ, ਅੱਡ ਅੱਡ ਨਾ ਲਗਾਓ। ਟਾਈਮ ਬਹੁਤ ਜ਼ਿਆਦਾ ਲੱਗਦਾ ਹੈ, ਬਟ ਹੁਣ ਜਿਵੇਂ ਅਸੀਂ ਵੀਜ਼ਾ ਦੇ ਦੇਖਿਆ ਵੀ ਹੁਣ ਵੀ ਕੀ ਸਿਚੁਏਸ਼ਨ ਚੱਲ ਰਹੀ ਹੈ ਜਾਂ ਕਿਵੇਂ ਇਹ ਵੀਜ਼ਾ ਦੇ ਰਹੇ ਨੇ ਇਸ ਟਾਈਮ ਤੇ ਵੀ ਜਿਵੇਂ 6 ਮਹੀਨੇ 'ਚ ਬੱਚੇ ਦਾ ਵੀਜ਼ਾ ਗ੍ਰਾਂਟ ਹੋਇਆ ਤੇ ਇੱਕ ਬਹੁਤ ਪੋਜ਼ਿਟਿਵ ਨੋਟ ਹੈਗਾ, ਪੋਜ਼ਿਟਿਵ ਇੱਕ ਖਬਰ ਹੈਗੀ ਹੈ ਬੱਚਿਆਂ ਵਾਸਤੇ ਜਿਹੜੇ ਡਿਪੈਂਡੈਂਟ ਵੀਜ਼ਾ ਤੇ ਜਾਣਾ ਚਾਹੁੰਦੇ ਨੇ ਤੇ ਉਮੀਦ ਰੱਖ ਸਕਦੇ ਨੇ। ਜਿਵੇਂ ਇਹ ਬੱਚੇ ਦਾ ਵੀ ਮਾਸਟਰਸ 'ਚ ਇਹਨਾਂ ਦੀ ਫਾਈਲ ਵਾਈਫ ਉੱਥੇ ਗਏ ਨੇ ਤੇ ਉਹਨਾਂ ਦੇ ਵਿੱਚ ਇਹਨਾਂ ਦਾ 6 ਮਹੀਨੇ 'ਚ ਵੀਜ਼ਾ ਅਗਰ ਗ੍ਰਾਂਟ ਹੋ ਗਿਆ ਤੇ ਹੁਣ ਜਿਵੇਂ ਟਰੈਵਲ ਸ਼ੁਰੂ ਹੋਏਗਾ ਚਲੇ ਜਾਣਗੇ ਇੱਥੋਂ ਵੀ। ਇਹ ਇੱਕ ਬਹੁਤ ਲਾਈਕ ਇੱਕ ਪੋਜ਼ਿਟਿਵ ਨਿਊਜ਼ ਹੈਗੀ ਹੈ, ਖਾਸ ਕਰੋ ਬੱਚਿਆਂ ਵਾਸਤੇ ਜਿਹੜੇ ਡਿਪੈਂਡੈਂਟ ਵੀਜ਼ਾ ਦੇ ਆਪਦੇ ਪਾਰਟਨਰਸ ਨੂੰ ਦੇ ਨਾਲ ਜੁਆਇਨ ਕਰਨਾ ਚਾਹੁੰਦੇ ਨੇ। ਪਲੱਸ ਵੀ ਇਹ ਇੱਕ ਇਸ ਆਪਾਂ ਪਿਛਲੇ 5-6 ਮਹੀਨੇ ਦੀ ਗੱਲ ਕਰੀਏ ਤਾਂ ਇੱਕ ਬਹੁਤ ਵਧੀਆ ਇੱਕ ਨਿਊਜ਼ ਹੈਗੀ ਹੈ ਡਿਪੈਂਡੈਂਟ ਵੀਜ਼ਾ ਵਾਲਿਆਂ ਵਾਸਤੇ, ਕਿਉਂਕਿ ਜ਼ਿਆਦਾਤਰ ਫਾਈਲਾਂ ਜਿਹੜੀਆਂ ਸੀਗੀਆਂ ਉਹ ਜਾਂ ਤਾਂ ਰਿਜੈਕਟ ਹੋ ਰਹੀਆਂ ਸੀ ਜਾਂ ਫਿਰ ਉਹਨਾਂ ਦੇ ਜਿਹੜੇ ਰਿਜ਼ਲਟ ਨਹੀਂ ਆ ਰਹੇ ਸੀਗੇ। ਬਟ ਇਹ ਚੀਜ਼ ਇੱਕ ਸਬੂਤ ਹੈਗਾ ਜੀ, ਇਸ ਚੀਜ਼ ਦਾ ਇੱਕ ਪ੍ਰੂਫ ਹੈਗਾ ਇਸ ਚੀਜ਼ ਦਾ ਵੀ ਜਿਹੜਾ ਵੀਜ਼ਾ ਗ੍ਰਾਂਟ ਹੋਇਆ ਵੀ ਬੱਚੇ ਦਾ ਵੀਜ਼ਾ ਡਿਪੈਂਡੈਂਟ ਦਾ ਵੀਜ਼ਾ ਦਿੱਤਾ ਜਾ ਸਕਦਾ ਹੈ, ਬਿਨਾਂ ਕਿਸੇ ਟੈਨਸ਼ਨ ਦੇ ਦਿੱਤਾ ਜਾ ਸਕਦਾ ਹੈ ਅਗਰ ਸਹੀ ਫਾਈਲਿੰਗ ਲੱਗੀ ਹੋਏ, ਸਹੀ ਤਰੀਕੇ ਨਾਲ ਫਾਈਲ ਲੱਗੇ ਤੇ ਵੀਜ਼ਾ ਲੱਗਣ 'ਚ ਕੋਈ ਦਿੱਕਤ ਨਹੀਂ ਆਉਂਦੀ ਹੈਗੀ। ਤੁਹਾਡੀ ਅਗਰ +2 ਹੈ ਤੁਹਾਡੀ ਵਾਈਫ ਦੀ, ਤੁਹਾਡੇ ਉਹਨਾਂ ਦੇ ਡਿਪਲੋਮਾ ਹੈ, ਬੈਚਲਰ ਹੈ, ਮਾਸਟਰਸ ਹੈ, ਕੋਈ ਦਿੱਕਤ ਦੀ ਗੱਲ ਨਹੀਂ, ਤੁਸੀਂ ਇਕੱਠਿਆਂ ਦੀ ਫਾਈਲ ਲਗਾ ਕੇ ਵੀਜ਼ਾ ਲੈ ਸਕਦੇ ਹੋ। ਉਹਦਾ ਬੈਸਟ ਤਰੀਕਾ ਹੈਗਾ ਫਾਈਲ ਲਗਾਉਣ ਦਾ। ਬਟ ਹੁਣ ਇਹਦੇ ਕੇਸ 'ਚ ਇਹ ਕੇਸ ਦੀ ਆਪਾਂ ਗੱਲ ਕਰੀਏ ਵੀ ਫੈਬਰੀ ਇਨਟੇਕ ਦੇ ਇਹਨਾਂ ਦੀ ਵਾਈਫ ਗਏ ਹੋਏ ਨੇ, ਹੁਣ ਅਕਤੂਬਰ ਆ ਚੁੱਕਿਆ ਤੇ ਤੁਸੀਂ ਦੇਖ ਲਓ ਵੀ ਅਪਰੋਕਸੀਮੇਟਲੀ 8 ਮਹੀਨੇ ਹੋ ਚੁੱਕੇ ਨੇ ਆਲਮੋਸਟ, ਤੇ 8 ਮਹੀਨੇ ਵੀ ਇੱਥੇ ਔਰ ਰਹੇ ਵੀ ਅਗਰ ਉੱਥੇ ਜਾਂਦੇ ਇਕੱਠੇ ਜਾਂਦੇ ਤਾਂ 8 ਮਹੀਨੇ ਕੰਮ ਵੀ ਕਰਨਾ ਸੀਗਾ, ਇਕੱਠੇ ਰਹਿੰਦੇ, ਕੱਲ ਨੂੰ ਅਗਰ ਕਾਲਜ ਯੂਨੀਵਰਸਿਟੀ ਚੇਂਜ ਕਰਨੀ ਉਹਦੇ ਵਿੱਚ ਵੀ ਕੋਈ ਦਿੱਕਤ ਵਾਲੀ ਗੱਲ ਨਹੀਂ ਸੀ, ਉਹ ਵੀ ਕਰ ਸਕਦੇ ਸੀਗੇ। ਹੁਣ ਕਿਤੇ ਤਾਂ 8 ਮਹੀਨੇ ਦੀ ਇਹਨਾਂ ਦੀ ਕਮਾਈ ਵੀ ਖਰਾਬ ਗਈ, ਜਿਹੜੀ 8 ਮਹੀਨੇ ਟੈਨਸ਼ਨਾਂ ਲਾਈਆਂ ਉਹ ਵੀ ਲੱਗ, ਫਿਰ ਜਿਹੜਾ ਖਰਚਾ ਹੁਣ ਹੋ ਰਿਹਾ ਉਹ ਉਦੋਂ ਵੀ ਹੋ ਜਾਂਦਾ। ਇਸ ਕਰਕੇ ਖਰਚੇ ਦਾ ਕੋਈ ਵੱਡਾ ਮੈਟਰ ਨਹੀਂ ਕਰਦਾ। ਤੇ ਜਿਹੜੀ ਅਗਲੇ ਸਮੈਸਟਰ ਦੀ ਫੀਸ ਜਿਹੜੀ ਜੁਲਾਈ ਇਨਟੇਕ ਦੇ ਵਿੱਚ ਜਿਹੜੀ ਫੀਸ ਭਰੀ ਆ ਉਹਨਾਂ ਨੇ ਯੂਨੀਵਰਸਿਟੀ ਦੇ ਵਿੱਚ, ਕਿਉਂਕਿ ਪਹਿਲਾਂ ਹੀ ਕਹਿਤਾ ਸੀ ਵੀ ਬੱਚੇ ਨੂੰ ਯੂਨੀਵਰਸਿਟੀ ਦੇ ਕਾਲਜ ਤੇ ਕੋਰਸ ਨਹੀਂ ਚੇਂਜ ਕਰਨਾ, ਤੁਸੀਂ ਜੋ ਲੈ ਕੇ ਗਏ ਹੋ ਉਹੀ ਪੜ੍ਹਨਾ ਹੈ। ਕਿਉਂਕਿ ਉਹਦੇ ਨਾਲ ਕੀ ਹੁੰਦੀ ਹੈ ਵੀ ਜੀਟੀ ਦੇ ਵਿੱਚ ਦਿੱਕਤ ਆਉਂਦੀ ਹੈ ਵੀ ਦੇਖੋ ਕੁੜੀ ਨੇ ਆਪਣਾ ਕਿਹਾ ਜੀ ਮੈਂ ਫਲਾਣੀ ਯੂਨੀਵਰਸਿਟੀ 'ਚ ਜਾਊਂਗੀ, ਇਹ ਕੋਰਸ ਕਰੂੰਗੀ ਤੇ ਉੱਥੇ ਜਾ ਕੇ ਮੈਨੂੰ ਇਹ ਬੈਨੀਫਿਟ ਹੈ, ਠੀਕ ਹੈ ਜੀ, ਉਹਨੂੰ ਵੀਜ਼ਾ ਦੇਤਾ ਚਲੇਗੀ। ਹੁਣ ਉੱਥੇ ਜਾ ਕੇ ਉਹ ਚੇਂਜ ਕਰਦੀ ਹੈ ਤੇ ਜਦੋਂ ਹਸਬੈਂਡ ਨੇ ਅਪਲਾਈ ਕਰਨਾ ਹੈ ਤੇ ਉਹਦੀ ਜੀਟੀ ਖਰਾਬ ਹੋ ਜਾਂਦੀ ਹੈ ਵੀ ਉਹ ਕੁੜੀ ਦੇ ਚੱਕਰ 'ਚ ਮੁੰਡੇ ਦੀ ਫਾਈਲ ਖਰਾਬ ਹੋ ਜਾਂਦੀ ਹੈ ਵੀ ਉਹਨਾਂ ਨੂੰ ਐਂ ਲੱਗਦਾ ਵੀ ਕਿਉਂਕਿ ਟੈਕਨੀਕਲੀ ਮੁੰਡੇ ਦਾ ਵੀਜ਼ਾ ਕੁੜੀ ਤੇ ਡਿਪੈਂਡੈਂਟ ਹੈ ਵੀ ਕੁੜੀ ਅਗਰ ਡਿਫਾਲਟਰ ਹੈਗੀ ਹੈ, ਜਿਵੇਂ ਕਿ ਆਪਾਂ ਇਹ ਗੱਲ ਵਰਡ ਯੂਜ਼ ਕਰੀਏ ਇਹਦਾ ਮਤਲਬ ਇਹ ਹੈ ਵੀ ਉਹਨੇ ਡਿਫਾਲਟ ਕੀਤਾ ਹੈ ਵੀ ਜਿਹੜੇ ਕੋਰਸ 'ਚ ਗਈ ਸੀ ਜਾਂ ਕਾਲਜ 'ਚ ਗਈ ਸੀ, ਯੂਨੀਵਰਸਿਟੀ 'ਚ ਗਈ ਸੀ, ਉਹਨੂੰ ਛੱਡ ਕੇ ਕੁਝ ਹੋਰ ਉਹਨੇ ਕਰ ਲਿਆ, ਉਹ ਡਿਫਾਲਟ ਕੀਤਾ ਉਹਨੇ ਆਪਣੇ ਵੀਜ਼ਾ ਤੇ ਉਹ ਡਿਫਾਲਟ ਅਗਰ ਉਹਨੇ ਕਰਤਾ ਤੇ ਉਹਦੇ ਡਿਪੈਂਡੈਂਟ ਦੀ ਜਦੋਂ ਫਾਈਲ ਲੱਗਣੀ ਹੈ ਤਾਂ ਨੈਚੁਰਲੀ ਗੱਲ ਉਹਦੇ ਵਿੱਚ ਦਿੱਕਤ ਆਣੀ ਹੈ। ਇਸ ਕਰਕੇ ਇਹ ਚੀਜ਼ਾਂ ਅਸੀਂ ਬੱਚੇ ਨੂੰ ਪਹਿਲਾਂ ਹੀ ਕਹਤੇ ਹਾਂ ਸੀ ਵੀ ਇਹ ਚੀਜ਼ਾਂ ਦਾ ਧਿਆਨ ਰੱਖੋ, ਵੀਜ਼ਾ ਆ ਜਾਏਗਾ ਟਾਈਮ ਸਿਰ ਵੀ ਆ ਸਕਦਾ, ਕੋਈ ਐਸੀ ਗੱਲ ਨਹੀਂ, ਬਟ ਫਿਰ ਵੀ ਇਹ ਚੀਜ਼ਾਂ ਪੋਜ਼ਿਟਿਵ ਰੱਖੀਏ ਵੀ ਮੇਨ ਗੱਲ ਹੈ ਸਾਡੀ ਫਾਈਲ ਜਿਹੜੀ ਹੁੰਦੀ ਹੈ ਉਹ ਡਿਸੀਜਨ ਰੈਡੀ ਹੁੰਦੀ ਹੈ। ਇਹਦਾ ਮਤਲਬ ਕੀ ਹੁੰਦਾ ਹੈ ਵੀ ਜਿਹੜੇ ਫਾਈਨੈਂਸ਼ੀਅਲ ਡਾਕੂਮੈਂਟ ਹੈਗੇ ਨੇ, ਜਿਹੜੇ ਬੈਂਕ ਅਕਾਊਂਟ ਜਿਹੜੇ ਹੈਗੇ ਨੇ, ਬੈਂਕ ਅਕਾਊਂਟਸ ਹੈਗੇ ਨੇ, ਉਹਨਾਂ ਦੇ ਫੋਨ ਨੰਬਰ ਹੋ ਗਏ, ਫਿਰ ਲਾਈਕ ਇਨਕਮ ਟੈਕਸ ਰਿਟਰਨਸ ਹੋ ਗਈਆਂ, ਫਿਰ ਅਕਾਊਂਟ 'ਚ ਸੈਲਰੀ ਆ ਰਹੀ ਹੈ ਉਹਦੀ ਡਿਟੇਲਸ ਆ ਗਈਆਂ, ਫਿਰ ਬੈਂਕ ਦੇ ਫੋਨ ਨੰਬਰ ਆ ਗਏ, ਸੀਏ ਰਿਪੋਰਟ ਹੋ ਗਈ, ਔਨਗੋਇੰਗ ਰਿਲੇਸ਼ਨਸ਼ਿਪ ਪ੍ਰੂਫ ਹੋ ਗਏ, ਫਿਰ ਇਹ ਮੈਡੀਕਲ ਜਿਹੜਾ ਹੈਗਾ ਵੀ ਓਵਰਸੀਜ਼ ਸਟੂਡੈਂਟ ਹੈਲਥ ਕਵਰ ਕਪਲ ਦਾ ਉਹ ਹੋ ਗਿਆ। ਤੇ ਲਾਈਕ ਹਰ ਇੱਕ ਡਾਕੂਮੈਂਟ ਸਾਡਾ ਪੂਰਾ ਕੰਪਲੀਟਲੀ ਅਟੈਚਡ ਹੁੰਦਾ ਜਦੋਂ ਅਸੀਂ ਫਾਈਲ ਲਗਾਉਂਦੇ ਹਾਂ। ਇਹਦੇ ਵਿੱਚ ਐ ਨਹੀਂ ਹੁੰਦਾ ਵੀ ਵੀਜ਼ਾ ਅਫਸਰ ਫਾਈਲ ਖੋਲ੍ਹੇ ਦੇਖੇ ਯਾਰ ਇਹਦੇ 'ਚ ਤਾਂ ਦਿੱਕਤ ਹੈਗੀਆਂ, ਜਦੋਂ ਬੰਦ ਕਰੋ ਫਿਰ ਦੇਖਦੇ ਹਾਂ ਵੀ ਜਦੋਂ ਸਾਡੀ ਫਾਈਲ ਮੈਸੇਜ ਖੁੱਲਦੀ ਹੈ ਤੇ ਉਹਦੇ ਵਿੱਚ ਡਿਸੀਜਨ ਆਉਂਦਾ, ਉਹਦੇ ਵਿੱਚ ਰੈਡੀ ਆਉਂਦਾ, ਡਿਸੀਜਨ ਰੈਡੀ ਫਾਈਲ ਹੁੰਦੀ ਹੈ ਵੀ ਜਦੋਂ ਫਾਈਲ ਖੁੱਲਦੀ ਹੈ ਸਾਰੇ ਡਾਕੂਮੈਂਟੇਸ਼ਨ ਪੂਰੇ ਹੁੰਦੇ ਨੇ ਤੇ ਵੀਜ਼ਾ ਅਫਸਰ ਉਹਦੇ 'ਚ ਵੀਜ਼ਾ ਲਾਈਕ ਫਾਈਲ ਖੋਲ੍ਹੇਗਾ ਤੇ ਵੀਜ਼ਾ ਗ੍ਰਾਂਟ ਕਰ ਦੇਗਾ। ਉਹਦੇ ਵਿੱਚ ਟਾਈਮ ਨਹੀਂ ਲੱਗਦਾ ਹੈਗਾ ਕਿਉਂਕਿ ਜਿੱਥੇ ਕੋਈ ਨਾ ਕੋਈ ਛੇੜਖਾਨੀ ਕੀਤੀ ਹੁੰਦੀ ਹੈ ਵੀ ਕੇਸ ਦੇ ਵਿੱਚ ਜਾਂ ਫਿਰ ਡਾਕੂਮੈਂਟੇਸ਼ਨ ਦੀ ਕਮੀ ਲੱਗੀ ਹੋਏ ਜਾਂ ਕਿਤੇ ਨਾ ਕਿਤੇ ਦਿੱਕਤ ਹੋਏ, ਉਸ ਕੇਸ ਦੇ ਵਿੱਚ ਵੀਜ਼ਾ ਦੀ ਰਿਜੈਕਸ਼ਨ ਆਉਣ ਦਾ ਬਹੁਤ ਵੱਡਾ ਕਾਰਨ ਬਣ ਜਾਂਦਾ ਹੈ। ਇਸ ਕਰਕੇ ਜੇਕਰ ਤੁਸੀਂ ਡਿਪੈਂਡੈਂਟ ਵੀਜ਼ਾ ਦੀ ਫਾਈਲ ਦੇ ਵਿੱਚ ਇੰਟਰਸਟਿਡ ਹੈਗੇ ਹੋ, ਅਪਲਾਈ ਕਰਨਾ ਚਾਹੁੰਦੇ ਹੋ ਜਾਂ ਕਿਸੇ ਵੀ ਤਰੀਕੇ ਦੀ ਕੋਈ ਇਨਫੋਰਮੇਸ਼ਨ ਚਾਹੁੰਦੇ ਹੋ ਤੇ ਤੁਸੀਂ ਮੇਰੀ ਕੰਪਨੀ 'ਚ ਮੈਨੂੰ ਕੰਟੈਕਟ ਕਰ ਸਕਦੇ ਹੋ। ਸਾਡੇ ਆਫਿਸ ਚੰਡੀਗੜ੍ਹ, ਜਲੰਧਰ, ਅੰਮ੍ਰਿਤਸਰ, ਲੁਧਿਆਣਾ ਤੇ ਪਟਿਆਲਾ ਨੇ ਤੇ ਮੇਰੀ ਸਿਟਿੰਗ ਜਿਹੜੀ ਹੈ ਮੈਂ ਚੰਡੀਗੜ੍ਹ 'ਚ ਅਵੇਲੇਬਲ ਹੁੰਦਾ ਤੇ ਤੁਸੀਂ ਅਗਰ ਫੋਨ ਤੇ ਮੇਰੇ ਨਾਲ ਗੱਲ ਕਰਨਾ ਚਾਹੁੰਦੇ ਹੋ ਤਾਂ ਸਾਡੇ ਨੀਚੇ ਦਿੱਤੇ ਹੋਏ ਨੰਬਰਾਂ ਤੇ ਤੁਸੀਂ ਕਾਲ ਕਰ ਸਕਦੇ ਹੋ ਤੇ ਮੇਰੇ ਨਾਲ ਗੱਲ ਕਰਨਾ ਚਾਹੁੰਦੇ ਹੋ ਤਾਂ ਤੁਹਾਡਾ ਮੇਰੇ ਨਾਲ ਆਰਾਮ ਨਾਲ ਗੱਲ ਹੋ ਜਾਏਗੀ ਤੇ ਆਪਾਂ ਕੇਸ ਡਿਸਕਸ ਕਰ ਸਕਦੇ ਹਾਂ, ਤੁਹਾਡਾ ਓਵਰ ਦਾ ਫੋਨ ਕਰ ਸਕਦੇ ਹਾਂ ਤੇ ਜਿਵੇਂ ਤੁਹਾਨੂੰ ਠੀਕ ਲੱਗੇ, ਸੂਟੇਬਲ ਲੱਗੇ, ਤੁਸੀਂ ਸਾਡੇ ਆਫਿਸ ਆ ਕੇ ਅਪਲਾਈ ਕਰ ਸਕਦੇ ਹੋ। ਧੰਨਵਾਦ ਜੀ, ਥੈਂਕ ਯੂ ਸੋ ਮਚ।